ਆਪ ਸਭ ਨੂੰ ਬਲਜੀਤ ਕੌਰ ਲੁਧਿਆਣਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਸਾਰਿਆਂ ਦਾ ਸੋਚ ਕੀ ਕਲਮ ਚੈਨਲ ਤੇ ਹਾਰਦਿਕ ਸਵਾਗਤ ਕਰਦੀ ਹਾਂ। ਅੱਜ ਮੈਂ ਤੁਹਾਡੇ ਰੂਬਰੂ ਹੋਈ ਹਾਂ ਇੱਕ ਪੰਜਾਬੀ ਕਹਾਣੀ ਬੰਦ ਦਰਵਾਜ਼ਾ ਲੈ ਕੇ। ਇਸ ਕਹਾਣੀ ਦੇ ਲੇਖਕ ਹਨ ਭੁਪਿੰਦਰ ਸਿੰਘ ਮਾਨ ਬਠਿੰਡੇ ਤੋਂ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਵਿਊਵਰਸ ਅੱਗੇ ਰਿਕੁਐਸਟ ਕਰਦੀ ਹਾਂ ਜੀ, ਜਿਹੜੇ ਵਿਊਵਰਸ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ। ਪੇਸ਼ ਹੈ ਪੰਜਾਬੀ ਕਹਾਣੀ ਬੰਦ ਦਰਵਾਜ਼ਾ। ਜੁਲਾਈ ਦੀ ਅੱਗ ਵਰਾਉਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸ ਨੂੰ ਇਉਂ ਲੱਗਦਾ ਸੀ ਕਿ ਗਰਮੀ ਕਾਰਨ ਉਹ ਹੁਣ ਡਿੱਗਾ ਕਿ ਹੁਣ ਡਿੱਗਾ। ਜਲਦੀ ਉਹ ਲੌਬੀ ਵਿੱਚ ਹੀ ਬੈਠ ਗਿਆ। ਫਿਰ ਉੱਠ ਕੇ ਪੱਖੇ ਦਾ ਸਵਿਚ ਦੱਬਿਆ ਤਾਂ ਉਸ ਨੂੰ ਕੁਝ ਸੌਖਾ ਜਿਹਾ ਸਾਹ ਆਇਆ। ਚਾਰ ਚੁਫੇਰੇ ਨਿਗਾਹ ਮਾਰੀ, ਕੋਈ ਨਹੀਂ ਦਿਸਿਆ। ਫਿਰ ਉਸਨੇ ਆਵਾਜ਼ ਮਾਰੀ, ਗੁੱਡੀ ਪੁੱਤ ਪਾਣੀ ਲੈ ਕੇ ਆ। ਪਰ ਅੱਗੋਂ ਕੋਈ ਜਵਾਬ ਨਾ ਆਇਆ। ਓਏ ਮਨੀ, ਕਿੱਥੇ ਗਏ ਹੋ ਸਾਰੇ? ਉਹ ਫਿਰ ਇੱਕ ਵਾਰ ਬੋਲਿਆ, ਪਰ ਆਵਾਜ਼ ਕੋਠੀ ਵਿੱਚ ਹੀ ਗੂੰਜ ਕੇ ਰਹਿ ਗਈ। ਉਹ ਸਮਝ ਗਿਆ ਬੱਚੇ ਖੇਡਣ ਗਏ ਨੇ ਤੇ ਸ਼੍ਰੀਮਤੀ ਜੀ ਆਂਢ ਗੁਆਂਢ ਦੇ ਦੌਰੇ ਤੇ ਨੇ। ਫਿਰ ਉਹ ਖੁਦ ਹੀ ਔਖਾ ਸੌਖਾ ਉੱਠ ਕੇ ਰਸੋਈ ਵਿੱਚ ਗਿਆ। ਫਰਿੱਜ ਵਿੱਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਮੂੰਹ ਲਾ ਕੇ ਪਾਣੀ ਪੀਣ ਲੱਗ ਗਿਆ। ਐਨੇ 'ਚ ਸ਼੍ਰੀਮਤੀ ਜੀ ਕੱਛ ਵਿੱਚ ਕੱਪੜੇ ਦੇਈ ਅੰਦਰ ਆਏ ਤੇ ਕਿਹਾ, ਕਿੰਨੀ ਵਾਰ ਕਿਹਾ ਗਲਾਸ ਵਿੱਚ ਪਾਣੀ ਪੀਆ ਕਰੋ, ਬੱਚਿਆਂ ਨੂੰ ਕੀ ਸਮਝਾਓਗੇ? ਨਰਿੰਦਰ ਦਾ ਮਨ ਕੀਤਾ ਬੋਤਲ ਚਲਾ ਕੇ ਕੰਧ ਵਿੱਚ ਮਾਰੇ ਤੇ ਪੁੱਛੇ ਕਿ ਕੋਈ ਭਾਵੇਂ ਗਰਮੀ ਨਾਲ ਮਰ ਜੂ ਪਰ ਪਾਣੀ ਸਲੀਕੇ ਨਾਲ ਹੀ ਪੀਵੇ। ਪਰ ਔਖਾ ਜਿਹਾ ਝਾਕਣ ਤੋਂ ਬਿਨਾਂ ਉਹ ਕੁਝ ਵੀ ਨਾ ਬੋਲ ਸਕਿਆ ਤੇ ਚੁੱਪਚਾਪ ਬੋਤਲ ਰਸੋਈ ਦੀ ਸਲਫ ਤੇ ਰੱਖ ਕੇ ਮੁੜ ਲੌਬੀ ਵਿੱਚ ਆ ਬੈਠਿਆ। ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ, ਪੈ ਗਿਆ ਨਾ ਜੁਰਮਾਨਾ। ਥੋੜੇ ਕਿਤੇ ਯਾਦ ਨਹੀਂ ਰਹਿੰਦਾ ਤੁਹਾਨੂੰ? ਸ਼੍ਰੀਮਤੀ ਜੀ ਦਾ ਭਾਸ਼ਣ ਉਹਦੇ ਕੰਨਾਂ ਵਿੱਚ ਸ਼ੀਸ਼ੇ ਵਾਂਗੂ ਉਤਰ ਗਿਆ। ਮਾਤਾ ਜੀ ਵਾਲੇ ਕਮਰੇ ਦਾ ਦਰਵਾਜ਼ਾ ਸਾਹਮਣੇ ਬੰਦ ਪਿਆ ਸੀ। ਚਾਹ ਪੀਓਗੇ ਤਾਂ ਬਣਾਵਾਂ? ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ। ਨਹੀਂ ਰਹਿਣ ਦੇ, ਮੈਂ ਕਚਹਿਰੀ ਤੋਂ ਹੁਣੇ ਹੀ ਪੀ ਕੇ ਆਇਆ, ਨਰਿੰਦਰ ਨੇ ਬੁੱਝੇ ਮਨ ਨਾਲ ਉਸਨੂੰ ਜਵਾਬ ਦਿੱਤਾ। ਉਹਦਾ ਮਨ ਉਛਲ ਆਇਆ। ਸਾਹਮਣੇ ਕੰਧ ਤੇ ਲੱਗੀ ਮਾਂ ਦੀ ਤਸਵੀਰ ਉਹਨੂੰ ਲੱਗਿਆ ਉਸ ਵੱਲ ਹੀ ਦੇਖ ਰਹੀ ਹੋਵੇ। ਫਿਰ ਉਹ ਆਪਣੇ ਅਤੀਤ ਵਿੱਚ ਪਹੁੰਚ ਗਿਆ। ਉਸ ਦਿਨ ਵੀ ਕਚਹਿਰੀ ਤੇ ਜ਼ਮੀਨ ਦੀ ਤਾਰੀਖ ਭੁਗਤ ਕੇ ਹਲਕਾਨ ਹੋਇਆ ਨਰਿੰਦਰ ਜਦੋਂ ਇਸੇ ਤਰ੍ਹਾਂ ਲੌਬੀ ਵਿੱਚ ਆ ਕੇ ਬੈਠਿਆ ਸੀ ਤਾਂ ਮਾਂ ਖੁੰਡੀ ਲਈ ਗਲਾਸ ਤੇ ਬੋਤਲ ਲੈ ਕੇ ਆਈ ਸੀ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ, ਲੈ ਪੁੱਤ ਪਾਣੀ ਪੀ, ਥੱਕ ਗਿਆ ਹੋਵੇਗਾ। ਫਿਰ ਕਿੰਨਾ ਚਿਰ ਉਹ ਮੁਕੱਦਮੇ ਦੀਆਂ ਗੱਲਾਂ ਕਰਦੇ ਰਹੇ। ਉਹ ਆਪਣੇ ਮਨ ਦਾ ਭਾਰ ਲਾਉਂਦਾ ਰਿਹਾ ਤੇ ਅੰਤ ਵਿੱਚ ਮਾਂ ਨੇ ਕਿਹਾ, ਕੋਈ ਨਹੀਂ ਪੁੱਤ, ਜੇ ਕਰਮਾਂ ਵਿੱਚ ਹੋਈ ਤਾਂ ਜ਼ਮੀਨ ਮਿਲ ਜਾਊ, ਬਾਲਾ ਫਿਕਰ ਨਹੀਂ ਕਰੀਦਾ। ਜ਼ਮੀਨਾਂ ਬੰਦੇ ਨਾਲ ਨੇ, ਬੰਦੇ ਜ਼ਮੀਨਾਂ ਨਾਲ ਨਹੀਂ। ਉਸ ਨੂੰ ਯਾਦ ਆਇਆ ਜਦੋਂ ਉਹ ਕੋਠੀ ਪਾਉਣ ਲੱਗਿਆ ਸੀ ਤਾਂ ਉਸ ਦੀ ਪਤਨੀ ਤੇ ਉਸਨੇ ਕੋਠੀ ਦਾ ਨਕਸ਼ਾ ਤਿਆਰ ਕਰਵਾ ਕੇ ਮਾਂ ਨੂੰ ਦਿਖਾਇਆ ਸੀ। ਸਭ ਲਈ ਵੱਖੋ ਵੱਖਰੇ ਕਮਰੇ, ਇੱਕ ਕਮਰਾ ਪਿਛਲੇ ਪਾਸੇ ਮਾਂ ਲਈ ਵੀ ਸੀ। ਮਾਂ ਨੇ ਨਕਸ਼ਾ ਦੇਖਿਆ ਤੇ ਕਿਹਾ, ਭਾਈ ਮੈਂ ਤਾਂ ਤੇਰੇ ਪਿਓ ਦੇ ਮਕਾਨ ਵਿੱਚ ਹੀ ਰਹੂੰ, ਜਿਹੜਾ ਵਿਚਾਰਾ ਮਰਨ ਤੋਂ ਪਹਿਲਾਂ ਪਾ ਗਿਆ ਸੀ। ਕੁਝ ਸਮੇਂ ਬਾਅਦ ਮਾਂ ਫਿਰ ਬੋਲੀ, ਚੰਗਾ ਹੈ ਭਾਈ ਨਕਸ਼ਾ। ਉਸ ਤੋਂ ਬਾਅਦ ਫਿਰ ਉਹ ਚੁੱਪ ਕਰ ਗਈ। ਨਰਿੰਦਰ ਦੇ ਮਨ ਨੂੰ ਗੱਲ ਖਟਕ ਗਈ। ਉਸਨੇ ਇੱਕ ਦਿਨ ਇਕੱਲੀ ਬੈਠੀ ਮਾਂ ਨੂੰ ਪੁੱਛਿਆ, ਮਾਂ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ? ਤਾਂ ਮਾਂ ਦਾ ਜਵਾਬ ਸੀ, ਪੁੱਤਾਂ ਨੂੰ ਵਾਧੇ ਦੇਖ ਕੇ ਕਿਹੜੀ ਮਾਂ ਨਹੀਂ ਖੁਸ਼ ਹੋਵੇਗੀ? ਬਹੁਤਾ ਜ਼ੋਰ ਦੇਣ ਤੇ ਮਾਂ ਨੇ ਕਿਹਾ, ਪੁੱਤ
जे मेरे मन की पुछदा है तां गली वाला कमरा मैनू दे दिओ भाई, जिहदा एक बार खुलदा होवे। नरिंदर ने कहा, ओ क्यों मां? तां मां ने मन की गंढ खोलदे कहा, भाई तुसी तां बन गए शहरी, पर अपने सारे साक सकीरी वाले पिंडां वाले ने। कोई मेरे कोल आऊ कोई जाऊ, थोड़ा पढ़िया लिखिया दा पता नहीं कदों नक बुल कढ़ लो, कोठी विच गंद पै गया। नरिंदर ये सुन के हस पिया ते फिर कोठी बनाउंदे समय उन्हां ने माता जी की इच्छा पूरी की। भावें आर्कीटैक्ट ते श्रीमती जी बहुते इसके हक विच नहीं सन। जदों नरिंदर ड्यूटी तो मुड़दा तां देखदा माता वाले कमरे विच रौनकां ही लगियां हुंदियां। गली गवांढ दियां चाचियां ताईयां माता कोल दुख सुख फलोरदियां, बहुआं ते कुड़ियां अपना दुख सुख करदियां। काम वाली इंदू माजी माजी करदी मां दियां लत्तां घुट रही हुंदी। घर दा कामा मोहन अपनी कबीलदारी दियां गुंजलां सुलझाउण विच मां दी मदद लै रिहा हुंदा। गुड्डी ते मनी अपनी मां तो पूंछा छड़ा के दादी दे नाल लाड लडाउंदे। बाकी सारी कोठी दे कमरियां दे दरवाजे घट ही खुलदे। कदे दूरों नेड़ियों कोई ना कोई मासी भूआ मामी जां फुੱਫੜ मां दे कोल बैठा गल्लां मारदा दिसदा। गुड्डी दी नानी भी कई दिन रहिंदी तां दोवें माइयां अपने गुरमत्ते मारदियां रहिंदियां। इंज लगदा सी कि जिवें मां दा कमरा कोठी दा दिल होवे, जिसदा कम सदा धड़कदे रहना होवे। नरिंदर दे चेते विच आया कि आंढ गवांढ विआह हुंदा तां मां सोहणे कपड़े पा के तैयार हो जांदी ते गड़क दी आवाज़ विच कहंदी, भाई नरिंदर सिया 500 रुपये दे दी, नाले सूट कुड़ी नूं दिओ, पुन्न हुंदा भाई। श्रीमती जी नूं भी उन्हां ने अपने हिसाब नाल ही ढाल लिया सी। भैण आउंदी तां मां तो चाह ना चुक्या जांदा, किधरे बिस्कुट बनदे ते किधरे खोया निकलदा। दोते दोतियां लई निक सुख लिया के मां उन्हां दा पूरा माण करदी। फिर शरीकां नाल जदों जमीन दा झगड़ा चलिया तां मां ने कहा, पुत्त हथियार कोल रखिया कर, बंदा तां भीड़ पई तां भज जू, इहने तां तेरा साथ देना है। फिर एक दिन मेरे हथों मां रेत दे किणकियां वांग गिर गई। ऐतवार दा दिन सी। नरिंदर रोटी खाण बैठा तां मां सलाद कट के लियाई ते कहंदी, पुत्त सलाद तां तू लैके नहीं आया, आ खा लै। रोटी खा के नरिंदर जदों कमरे तो बाहर आया तां सामने कमरे विच बैठी मां ते निगाह पई। मां ने इशारे नाल नरिंदर नूं कोल बुला के कहा, पुत्त साह जिहा नहीं आउंदा। मां नूं फटाफट कार विच पा के जदों ओह हस्पताल पुज्जिया तां मां दिल दे दौरे कारण दूजी दुनिया विच जा चुकी सी। हुण मां वाले कमरे दी वरतों घट गई। दरवाजा कदे कदे ही खुलदा। ਉਹਨੇ सिर चुक के देखिया तां श्रीमती कोल आ बैठी सी। ਉਹ अपनी चुन्नी ते गोटा लाउण विच मगन होई पई सी। उसदा मन मां नूं याद करके भर आया। उसने मन ते काबू पा के पुछया, भूआ जी किन्ना चिर हो गया आए नहीं, मासी ते भैण भी नहीं आए। श्रीमती जी ने बेध्यानी नाल जवाब दिता, पता नहीं क्यों नहीं आए। नरिंदर ने फिर कहा, इउं लगदा जिवें सारे घर दा राह ही भुल गए होण। श्रीमती जी ने चौंक के सिर उपर चुकदे तलखी नाल कहा, हाय हाय तुहाडी तबीयत तां ठीक है, किहो जिहियां गल्लां करन लग पए। भला अजकल किहदे कोल टाइम है ऐदां आउण जाण दा। नरिंदर दियां नज़रां मां दे कमरे दे बंद दरवाजे वल अपने आप उठ गईयां। नरिंदर ने महसूस किया कि किन्ने रिश्ते अते संबंध इस बंद दरवाजे पिछे ही बंद हो गए, उसकी जिंदगी विच मनफी हो गए। उम्मीद है जी तुहानूं ये कहानी जरूर पसंद आई होवेगी। तुसीं अपने विचार कमेंट बॉक्स दे विच जरूर शेयर करना जी। इस कहानी के जरिए लेखक ने सानू यही समझाया है
कि अपने घर दियां रौनकां मां प्यो दे सिर ते ही ने। चाहे बंदा जिन्ना मर्जी अमीर हो जावे, किन्ने ही नवे रिश्ते बन जान, पर मां प्यो की कमी कोई पूरी नहीं कर सकता। धन्यवाद जी।